ਈਦ ਦਾ ਦੂਜਾ ਦਿਹਾੜਾ ਸਹੁਰਿਆਂ ਦੇ ਦਿਨ ਦੇ ਤੌਰ 'ਤੇ ਮਨਾਇਆ ਜਾਂਦਾ ਹੈ। ਈਦੋਂ ਦੂਜੇ ਦਿਨ ਗੋਸ਼ਤ ਦੀ ਸਪਲਾਈ ਵੀ ਬੜੇ ਵੱਡੇ ਧੜੱਲੇ ਨਾਲ ਜਾਰੀ ਹੈ। ਮੈਂ ਵੀ ਈਦੋਂ ਦੂਜੇ ਦਿਨ ਪਿਛਲੇ ਟਾਈਮ ਕੋਲ ਤਿਆਰ ਹੋ ਕੇ ਸ਼ਹਿਰ ਟੁਰ ਗਿਆ। ਸ਼ਹਿਰ ਜਾ ਕੇ ਮੀਡੀਆ ਹਾਊਸ ਦੇ ਬਾਨੀ ਬਾਬੇ ਮੁਹੰਮਦ ਮੁਨੀਰ ਤਮਸਮ ਤੇ ਅਜ਼ਹਰ ਹੁਸੈਨ ਨੂੰ ਟੈਲੀਫੋਨ ਕੀਤਾ। ਅਸੀਂ ਤਰਾਵੇ ਅਜ਼ਹਰ ਹੁਸੈਨ ਦੇ ਡੇਰੇ ਤੇ ਇਕੱਠੇ ਹੋ ਗਏ। ਗੋਸ਼ਤ ਵਾਲੇ ਚੌਲ ਖਾਧੇ। ਬਾਅਦ ਵਿੱਚ ਅਸੀਂ ਅਵਾਮੀ ਮਸਾਇਲ ਉੱਤੇ ਗੱਲਬਾਤ ਕੀਤੀ। ਇਹ ਗੱਲਬਾਤ ਕੀਤੀ ਹੈ ਕਿ ਜਿਹੜਾ ਸ਼ਾਮੇ ਸ਼ਾਹ ਕਬਰਸਤਾਨ ਆਲੀ ਛੜਕ ਕੇ ਪਹਿਲੇ ਅਸਾਂ ਸਾਬਕਾ MP ਮੀਆਂ ਮਮੂਨ ਜਾਫਰ ਤਾਰੜ ਦੇ ਖਿਲਾਫ ਖਬਰਾਂ ਲਾ ਕੇ ਤਾਂ ਜਾ ਕੇ ਸ਼ਾਮੇ ਸ਼ਾਹ ਕਬਰਸਤਾਨ ਨਾਲੀ ਛੜਕ ਬਣੀ ਹੈ। ਇੱਥੇ ਮੈਨੂੰ ਇੱਕ ਕਹਾਵਤ ਯਾਦ ਆ ਗਈ। ਪੀਰ ਟੁਰ ਗਿਆ ਆਪਣੇ ਮੁਰੀਦਾਂ ਕੋਲ। ਮੁਰੀਦਾਂ ਨੇ ਪੀਰ ਨੂੰ ਆਖਿਆ, ਪੀਰ ਜੀ ਗਰਮੀ ਬੜੀ ਹੈ, ਦੁਆ ਕਰੋ ਮੀਂਹ ਪੈ ਜਾਏ। ਪੀਰ ਹੋਰਾਂ ਨੇ ਹੁਕਮ ਦਿੱਤਾ ਕਿ ਤੁਸੀਂ ਸਾਡੀਆਂ ਮੰਜੀਆਂ ਕੋਠੇ ਤੇ ਢਾਹ ਦਿਓ, ਅਸੀਂ ਰਾਤੀ ਦੁਆ ਕਰਨੇ ਆ। ਪੀਰ ਹੋਰਾਂ ਨੇ ਸਾਰੀ ਰਾਤ ਆਪਣੇ ਮੁਰੀਦਾਂ ਨੂੰ ਨਾਲ ਲੈ ਕੇ ਪਾਣੀ ਨਲਕਿਆਂ ਤੋਂ ਭਰ ਕੇ ਸਾਰੇ ਪਿੰਡ 'ਚ ਤਰੌਕਾ ਕੀਤਾ। ਦੇ ਪਿੰਡ ਵਾਲੇ ਉੱਠੇ, ਉਹਨਾਂ ਕਿ ਪੀਰਾਂ ਦੀ ਦੁਆ ਹੋ ਗਈ ਹੈ, ਸਾਡੇ ਤੇ ਪਿੰਡ ਵਿੱਚ ਬਾਰਿਸ਼ ਹੋ ਗਈ ਹੈ। ਨਾਲ ਦੇ ਪਿੰਡ ਵਾਲੇ ਚੌਧਰੀ ਨੂੰ ਪਤਾ ਲੱਗਿਆ ਬਈ ਇੱਥੇ ਇੱਕ ਨਾਲ ਦੇ ਪਿੰਡ 'ਚ ਪੀਰ ਆਇਆ, ਉਸ ਦੁਆ ਕੀਤੀ ਹੈ ਕਿ ਉੱਥੇ ਬਾਰਿਸ਼ ਹੋ ਗਈ ਹੈ, ਅਸੀਂ ਵੀ ਉਹਨੂੰ ਲਿਆਉਂਦੇ ਹਾਂ ਅਤੇ ਦੁਆ ਕਰਾਉਂਦੇ ਹਾਂ ਬਈ ਸਾਡੇ ਕੋਲ ਵੀ ਬਾਰਿਸ਼ ਹੋਵੇ। ਉਹ ਚੌਧਰੀ ਪੀਰ ਕੋਲ ਆਇਆ ਅਤੇ ਉਸ ਪੀਰ ਜੀ ਨੂੰ ਆਖਿਆ ਵੀ ਸਾਡੇ ਪਿੰਡ ਵੀ ਚੱਲੋ, ਤੁਸੀਂ ਦੁਆ ਕਰੋ ਅਤੇ ਸਾਡੇ ਪਿੰਡ ਵੀ ਬਾਰਿਸ਼ ਹੋ ਜਾਏ। ਅੱਗੋਂ ਕੋਲ ਬੈਠੇ ਮੁਰੀਦਾਂ ਨੇ ਇਹ ਆਖਿਆ, ਪੀਰ ਜੀ ਰਾਤ ਦੇ ਬੱਦਲ ਬੜੇ ਥੱਕੇ ਨੇ। ਇਹ ਗੱਲ ਸਾਡੇ ਇਹਨਾਂ ਸਿਆਸਤਦਾਨਾਂ ਦੀ ਹੈ। ਇੱਕ ਸਿਆਸਤਦਾਨ ਸੜਕ ਬਣਾ ਜਾਂਦਾ ਹੈ, ਦੂਜਾ ਉਸ ਨੂੰ ਪੱਟ ਜਾਂਦਾ ਹੈ। ਅਸੀਂ ਇਹਨਾਂ ਸਿਆਸਤਦਾਨਾਂ ਅੱਗੇ ਤਰਲਾ ਕਰਨੇ ਆ, ਆਵਾਮ ਅੱਗੇ ਬੜੀ ਥੱਕੀ ਹੋਈ ਹੈ। ਜਿਹੜੀ ਸੜਕ ਉੱਤੋਂ ਮਿੱਟੀ ਪੱਥਰ 5-5 ਫੁੱਟ ਚਾਹ ਕੇ ਲੈ ਜਾਂਦਾ ਹੈ, ਉਹਦੇ ਵਿੱਚ ਇਸ ਠੇਕੇਦਾਰ ਨੂੰ ਫਾਇਦਾ ਹੈ। ਇਸ ਉੱਤੇ ਰੇਤ ਜਾਂ ਮਿੱਟੀ ਪਾਸੀ, ਉਹ ਸੜਕ ਵਾਲੀ ਥਾਂ ਪੋਲੀ ਰਾਸੀ। 2 ਸਾਲ ਨੂੰ ਇਹ ਸੜਕ ਮੁੜ ਖਰਾਬ ਹੋ ਜਾਸੀ। ਅਸੀਂ ਇੰਨੀ ਕੁ ਕਰਕੇ ਬਾਅਦ ਵਿੱਚ ਅਸੀਂ ਆਖਿਆ ਸਾਨੂੰ ਕੀ। ਅਜ਼ਹਰ ਹੁਸੈਨ ਦੇ ਡੇਰੇ ਤੋਂ ਉੱਠ ਕੇ ਅਸੀਂ ਅੱਡੇ ਉੱਤੇ ਆ ਕੇ ਬਾਬਾ ਮੁਹੰਮਦ ਮੁਨੀਰ ਤਮਸਮ ਤੇ ਮੈਂ ਕੁਲਫਾ ਖਾਧਾ, ਕੁਝ ਹਾਂ ਨੂੰ ਠੱਡਾ ਕੀਤਾ। ਉੱਥੇ ਬੈਠੇ ਹੀ ਸਾਡੇ ਨਾਲ ਦੇ ਪਿੰਡ ਮਹਮੂਦਪੁਰ ਦਾ ਬੜਾ ਵੱਡਾ ਟਿਕਟਾਕਰ ਨਸੀਰ ਚੱਦੜ ਅਲ ਮਰੂਫ ਫੁੱਲਾ ਵਾਲੇ ਨਾਲ ਵੀ ਮੁਲਾਕਾਤ ਹੋਈ ਹੈ। ਵੱਡੀ ਈਦ ਦੇ ਦੂਜੇ ਦਿਹਾੜੇ ਦੀ ਰਾਤ ਨੂੰ ਅੱਡੇ ਤੇ ਇੰਨਾ ਮੁਲਕ ਸੀ ਜਿਵੇਂ ਸਖੀ ਸਾਬਤ ਸ਼ਾਹ ਸਿਚਾਰ ਦਾ ਨਚੰਨੀ ਜੁਮਾ ਹੈ। ਅੱਡੇ ਉੱਤੇ ਜਿਤਨੀਆਂ ਵੀ ਰੇੜੀਆਂ ਹਨ, ਹਰ ਰੇੜੀ ਉੱਤੇ ਇੰਨਾ ਰਸ਼ ਆਇਆ ਜਿਵੇਂ ਫਰੀ ਦੀ ਸ਼ੈ ਵੰਡਦੇ ਪਏ ਨੇ। ਗਰਮ ਗੋਸ਼ਤ ਖਾ ਕੇ ਮੁਲਕ ਆਪਣੇ ਹਾਂ ਨੂੰ ਠੰਡਾ ਕਰਦਾ ਪਿਆ ਹੈ। ਕੁਲਫੀਆਂ ਵਾਲੀਆਂ ਰੇੜੀਆਂ, ਬਰਗਰ, ਗੋਲ ਗੱਪੇ ਵਾਲੀਆਂ ਰੇੜੀਆਂ ਤੇ ਰਸ਼ ਹੀ ਰਸ਼ ਆਇਆ।